ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਾਡੀ ਕੈਨ ਲਰਨ ਜੀਕੇ। ਜਿਵੇਂ ਕਿ ਤੁਹਾਨੂੰ ਪਤਾ ਅੱਜ ਪੰਜਾਬ ਪਟਵਾਰੀ ਦਾ ਟੈਸਟ ਹੋਇਆ ਸੀਗਾ ਤੇ ਅੱਜ ਆਪਾਂ ਉਹਦੀ ਆਨਸਰ ਕੀ ਡਿਸਕਸ ਕਰਾਂਗੇ। ਤੇ ਜੇਕਰ ਮੈਂ ਪੇਪਰ ਦੇ ਲੈਵਲ ਦੀ ਗੱਲ ਕਰਾਂ ਤਾਂ ਮੈਂ ਕਹਾਂਗਾ ਕਿ ਈਜ਼ੀ ਟੂ ਮੋਡਰੇਟ ਲੈਵਲ ਸੀਗਾ, ਇੰਨਾ ਟਫ ਐਗਜ਼ਾਮ ਨਹੀਂ ਸੀਗਾ। ਆਈ ਹੋਪ ਤੁਹਾਡੇ ਸਾਰਿਆਂ ਦਾ ਐਗਜ਼ਾਮ ਵਧੀਆ ਹੋਇਆ ਹੋਣਾ। ਤੇ ਹੁਣ ਆਪਾਂ ਡਿਸਕਸ ਕਰਦੇ ਹਾਂ ਆਪਣੇ ਜੀਕੇ ਦੇ ਕੁਐਸਚਨਸ ਦੇ ਨਾਲ। ਸਭ ਤੋਂ ਪਹਿਲਾ ਕੁਐਸਚਨ ਕਾਫੀ ਈਜ਼ੀ ਸੀਗਾ ਤੇ ਮੈਂ ਤਾਂ ਆਪਣੀ ਵੀਡੀਓ ਦੇ ਵਿੱਚ ਕਾਫੀ ਵਾਰ ਕਰਵਾ ਚੁੱਕਿਆ ਸੀ ਕੁਐਸਚਨ ਆ ਕਿ ਫਸਟ ਲਾਅ ਆਫਿਸਰ ਕੌਣ ਹੁੰਦਾ ਗਵਰਨਮੈਂਟ ਆਫ ਇੰਡੀਆ ਦਾ। ਤਾਂ ਉਹ ਹੁੰਦਾ ਹੈ ਜੀ ਅਟਾਰਨੀ ਜਨਰਲ ਆਫ ਇੰਡੀਆ। ਤੇ ਉਹਨੂੰ ਅਸਿਸਟ ਕਰਨ ਲਈ ਹੁੰਦਾ ਹੈਗਾ ਸੋਲਿਸਿਟਰ ਜਨਰਲ ਆਫ ਇੰਡੀਆ, ਲੇਕਿਨ ਜਿਹੜਾ ਫਸਟ ਲਾਅ ਆਫਿਸਰ ਹੁੰਦਾ ਉਹ ਅਟਾਰਨੀ ਜਨਰਲ ਆਫ ਇੰਡੀਆ ਹੁੰਦਾ। ਸੈਕਿੰਡ ਗੱਲ ਪੁੱਛ ਰਿਹਾ ਸੀਗਾ ਵਿਚ ਵਨ ਆਫ ਦਾ ਫੋਲੋਇੰਗ ਨਾਟ ਏ ਮੇਜਰ ਗ੍ਰੀਨ ਹਾਊਸ ਗੈਸ, ਯਾਨੀ ਕਿ ਗ੍ਰੀਨ ਹਾਊਸ ਗੈਸ ਜਿਹੜੀ ਆ ਉਹ ਨਹੀਂ ਹੈਗੀ ਇਹਨਾਂ ਚਾਰ ਆਪਸ਼ਨ ਦੇ ਵਿੱਚ। ਹਾਲਾਂਕਿ ਜਿੱਥੇ ਤੱਕ ਮੈਨੂੰ ਲੱਗ ਰਿਹਾ ਜਿਹੜੇ ਚਾਰ ਦੇ ਚਾਰ ਆਪਸ਼ਨ ਨੇ ਉਹ ਚਾਰੋਂ ਹੀ ਗ੍ਰੀਨ ਹਾਊਸ ਗੈਸ ਨੇ। ਜਿਵੇਂ ਆਪਾਂ ਓਜ਼ੋਨ ਨੂੰ ਵੀ ਗ੍ਰੀਨ ਹਾਊਸ ਗੈਸ ਦੀ ਤਰ੍ਹਾਂ ਮੰਨਦੇ ਹਾਂ, ਵਾਟਰ ਵੇਪਰ ਨੂੰ ਵੀ, ਮਿਥੇਨ ਨੂੰ ਵੀ, ਅਤੇ ਕਾਰਬਨ ਡਾਈਆਕਸਾਈਡ। ਮੇਰੇ ਹਿਸਾਬ ਨਾਲ ਤਾਂ ਕੁਐਸਚਨ ਜਿਹੜਾ ਸੀਗਾ ਇਹ ਤੁਹਾਨੂੰ ਗਲਤ ਆਇਆ ਹੈਗਾ ਤੇ ਤੁਹਾਨੂੰ ਇਹਦਾ ਨੰਬਰ ਮਿਲਣਾ ਚਾਹੀਦਾ ਅੱਡ ਤੋਂ। ਤੇ ਹੁਣ ਤੁਸੀਂ ਅਟੈਂਪਟ ਕੀਤਾ ਹੈ ਨਾ ਕੀਤਾ, ਉਹ ਆਪਾਂ ਵੇਟ ਕਰਦੇ ਹਾਂ ਹਲੇ PT+P ਦੇ ਸ਼ਾਮ ਨੂੰ ਕੀ ਲਿਸਟ ਆਊਗੀ। ਫਿਰ ਗੱਲ ਕਰਦਾ ਹੈਗਾ ਲਾਈਵ ਬਰਥ ਪਰ 1000 ਪੋਪੂਲੇਸ਼ਨ ਪਰ ਈਅਰ ਇਜ਼ ਨੋਨ ਐਸ। ਤਾਂ ਇਹਨੂੰ ਕਹਿੰਦੇ ਆਪਾਂ ਜੀ ਕਰੂਡ ਬਰਥ ਰੇਟ, ਆਪਸ਼ਨ ਨੰਬਰ C। ਨੈਕਸਟ ਗੱਲ ਕਰਾਂਗੇ ਆਪਾਂ ਆਸ਼ਾ ਬਾਰੇ। ਤਾਂ ਆਸ਼ਾ ਦੀ ਜਿਹੜੀ ਫੁੱਲ ਫਾਰਮ ਹੁੰਦੀ ਹੈ ਐਕ੍ਰੀਏਟਡ ਸੋਸ਼ਲ ਹੈਲਥ ਐਕਟਿਵਿਸਟ। ਤਾਂ ਆਪਸ਼ਨ ਨੰਬਰ B ਹੋਊਗਾ ਇਹਦਾ ਸਹੀ ਆਨਸਰ। ਜਿਹੜਾ ਫਿਫਥ ਕੁਐਸਚਨ ਗੱਲ ਕਰ ਰਿਹਾ ਉਹ ਕਹਿ ਰਿਹਾ ਵਿਚ ਵਨ ਆਫ ਦਾ ਫੋਲੋਇੰਗ ਡਜ਼ ਨਾਟ ਕੁਆਲੀਫਾਈ ਫॉर ਕਰਟੇਲਿੰਗ ਦਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅੰਡਰ ਇੰਡੀਅਨ ਕਨਸਟੀਟਿਊਸ਼ਨ। ਦੇਖੋ ਆਪਣੇ ਕੋਲ ਫਰੀडम ਆਫ ਐਕਸਪ੍ਰੈਸ਼ਨ ਤੇ ਸਪੀਚ ਹੈ, ਲੇਕਿਨ ਉਹ ਕਿਹਦੇ ਲਈ ਤੁਹਾਨੂੰ ਗ੍ਰਿਫਤਾਰ ਕਰਨ ਤੋਂ ਨਹੀਂ ਰੋਕੇਗਾ। ਜੇ ਤੁਸੀਂ ਸਟੇਟ ਦੀ ਸਿਕਿਉਰਿਟੀ ਬਾਰੇ ਕੁਝ ਗੱਲ ਕਰੋਗੇ, ਯਾਨੀ ਕਿ ਉਹਦੇ ਖਿਲਾਫ ਕੁਝ ਇਹੋ ਜਿਹਾ ਕੰਮ ਕਰੋਗੇ ਜਿਹੜੇ ਸਟੇਟ ਦੀ ਸਿਕਿਉਰਿਟੀ ਨੂੰ ਖਤਰਾ ਹੈ, ਤਾਂ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈਗਾ। ਤੁਸੀਂ ਫਰੀडम ਆਫ ਸਪੀਚ ਅਤੇ ਐਕਸਪ੍ਰੈਸ਼ਨ ਤੁਹਾਨੂੰ ਹੱਕ ਹੈਗਾ, ਲੇਕਿਨ ਜੇਕਰ ਤੁਸੀਂ ਪਬਲਿਕ ਦੇ ਵਿੱਚ ਇਕੱਠੇ ਹੋ ਕੇ ਇਹੋ ਜਿਹਾ ਭਾਸ਼ਣ ਦਿੰਦੇ ਹੋ, ਭੜਕਾਊ ਭਾਸ਼ਣ ਦਿੰਦੇ ਹੋ, ਤਾਂ ਤੁਹਾਡੀ ਗ੍ਰਿਫਤਾਰੀ ਹੋ ਸਕਦੀ ਹੈ। ਜੇਕਰ ਤੁਸੀਂ ਕੋਰਟ ਦੇ ਵਿੱਚ ਜਾ ਕੇ ਕੰਟੈਂਪਟ ਆਫ ਕੋਰਟ ਕਰਦੇ ਹੋ, ਯਾਨੀ ਕਿ ਉਹਨਾਂ ਦੇ ਮਤਲਬ ਤਰ੍ਹਾਂ ਦੀ ਅਦਾਲਤ ਦੀ ਕੋਈ ਕਹੀ ਗੱਲ ਦੀ ਨਹੀਂ ਮੰਨਦੇ ਹੈਗੇ, ਜਾਂ ਤੁਸੀਂ ਬੇਵਜ੍ਹਾ ਜਾ ਕੇ ਹੱਲਾ ਹੂ ਕਰ ਰਹੇ ਹੋ ਉੱਥੇ, ਤਾਂ ਤੁਹਾਡੀ ਗ੍ਰਿਫਤਾਰੀ ਹੋ ਸਕਦੀ ਹੈ। ਲੇਕਿਨ ਡਿਮਾਂਡ ਆਫ ਆਟੋਨੋਮੀ ਲਈ ਜਿਹੜਾ ਹੈਗਾ ਉਹ ਨਹੀਂ ਹੁੰਦਾ ਹੈਗਾ। ਨੈਕਸਟ ਕੁਐਸਚਨ ਤਾਂ ਕਾਫੀ ਜ਼ਿਆਦਾ ਸਿੰਪਲ ਹੀ ਸੀਗਾ। ਇੰਟਰਨੈਸ਼ਨਲ ਯੋਗਾ ਡੇ ਪੁੱਛਿਆ ਗਿਆ ਸੀਗਾ, ਉਹ ਜੂਨ 21 ਨੂੰ ਮਨਾਇਆ ਜਾਂਦਾ ਹੈ ਜੀ। ਅਤੇ ਜਦੋਂ ਮੋਦੀ ਗਵਰਨਮੈਂਟ ਬਣੀ ਆ ਉਦੋਂ ਤੋਂ ਹੀ ਸਟਾਰਟ ਹੋਇਆ ਹੈਗਾ ਕਿ ਇੰਟਰਨੈਸ਼ਨਲ ਮਤਲਬ ਯੋਗਾ ਨੂੰ ਵੀ ਇੰਟਰਨੈਸ਼ਨਲ ਲੈਵਲ 'ਤੇ ਆਪਣੀ ਪਛਾਣ ਮਿਲੀ ਹੈ। ਨੈਕਸਟ ਗੱਲ ਕਰ ਰਿਹਾ ਉਹ ਕਿਹੜੀ ਲੜਾਈ ਸੀਗੀ ਜਿਹਦੇ ਨਾਲ ਬ੍ਰਿਟਿਸ਼ ਰੂਲ ਨੂੰ ਇੰਡੀਆ ਦੇ ਵਿੱਚ ਸੁਪਰੀਮਸੀ ਮਿਲੀ ਸੀ, ਯਾਨੀ ਕਿ ਹੁਣ ਪ੍ਰਮੁੱਖਤਾ ਮਿਲੀ ਸੀ ਇੱਕ ਤਰ੍ਹਾਂ ਦੀ। ਤਾਂ ਉਹ ਸੀਗਾ ਜੀ ਬੈਟਲ ਆਫ ਪਲਾਸੀ, ਜੋ ਕਿ 1757 ਦੇ ਵਿੱਚ ਹੋਈ ਸੀ। ਕਿਹਦੇ ਵਿੱਚ ਹੋਏ ਸੀ? ਫਰੈਂਚ ਅਲਾਈਜ਼ ਸੀਗੇ, ਨਵਾਬ ਜਿਹੜੇ ਬੰਗਾਲ ਦਾ ਨਵਾਬ ਸੀ ਉਹਦੇ ਨਾਲ, ਤੇ ਬ੍ਰਿਟਿਸ਼ ਟਰੂਪ ਦੇ ਨਾਲ ਲੜਾਈ ਹੋਈ ਸੀ, ਯਾਨੀ ਕਿ ਬ੍ਰਿਟਿਸ਼ ਅੰਗਰੇਜ਼ਾਂ ਨਾਲ ਲੜਾਈ ਹੋਈ ਸੀਗੀ। ਨੈਕਸਟ ਕੁਐਸਚਨ ਗੱਲ ਕਰ ਰਿਹਾ ਦਾ ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ, ਯਾਨੀ ਕਿ IRDA। ਇਹ ਕੀ ਚੀਜ਼ ਹੈ? ਇੱਕ ਸਟੈਚੂਟਰੀ ਬੋਡੀ ਹੈ, NGO ਹੈ, ਕੌਨਸਟੀਟਿਊਸ਼ਨਲ ਬੋਡੀ ਹੈ, ਜਾਂ ਐਡਵਾਈਜ਼ਰੀ ਬੋਡੀ ਹੈ? ਤਾਂ ਬੇਸਿਕਲੀ ਇਹ ਹੈਗੀ ਇੱਕ ਸਟੈਚੂਟਰੀ ਬੋਡੀ, ਯਾਨੀ ਕਿ ਜਿਹੜਾ ਪਾਰਲੀਮੈਂਟ ਦੇ ਦੁਆਰਾ ਲਾਅ ਪਾਸ ਕਰਕੇ ਬਣਾਈ ਜਾਂਦੀ ਹੈ। NGO ਨਹੀਂ ਹੈਗਾ, NGO ਨੋਨ ਗਵਰਨਮੈਂਟ ਆਰਗੇਨਾਈਜੇਸ਼ਨ ਹੁੰਦਾ। ਕੌਨਸਟੀਟਿਊਸ਼ਨ ਬੋਡੀ ਉਹ ਜਿਹੜੀ ਜਦੋਂ ਸੰਵਿਧਾਨ ਬਣਿਆ ਸੀਗਾ ਉਸ ਸਮੇਂ 'ਤੇ ਉਹ ਸੰਵਿਧਾਨ ਦੇ ਵਿੱਚ ਲਿਖੀ ਗਈਆਂ ਸੀਗੀਆਂ। ਤਾਂ ਜਿੰਨੇ ਵੀ ਚੀਜ਼ਾਂ ਉਹ ਲਿਖੀ ਗਈਆਂ ਨੇ ਉਹ ਕੌਨਸਟੀਟਿਊਸ਼ਨ ਬੋਡੀ ਹੁੰਦੀਆਂ ਨੇ। ਨੈਕਸਟ ਗੱਲ ਕਰ ਰਿਹਾ ਤਾਂ ਜਿਹੜਾ ਇੰਡੀਆ ਇਨੋਵੇਸ਼ਨ ਇੰਡੈਕਸ ਹੁੰਦਾ ਹੈਗਾ ਉਹ ਕੌਣ ਰਿਲੀਜ਼ ਕਰਦਾ ਹੈਗਾ ਬੇਸਿਕਲੀ। ਤੇ ਜਿਹੜੀ ਇੰਡੀਆ ਇਨੋਵੇਸ਼ਨ ਇੰਡੈਕਸ ਹੈ ਉਹ ਆਪਣਾ ਇੰਡੀਆ ਦਾ ਜਿਹੜਾ ਥਿੰਕ ਟੈਂਕ ਹੈ, ਜਿਹਨੂੰ ਆਪਾਂ ਨੀਤੀ ਆਯੋਗ ਕਹਿੰਦੇ ਹਾਂ, ਜਿਹਨੇ ਕਿ ਪਲਾਨਿੰਗ ਕਮਿਸ਼ਨ ਨੂੰ ਰਿਪਲੇਸ ਕਰਕੇ ਬਣਿਆ ਸੀਗਾ, ਉਹ ਇਹ ਡੇਟਾ ਜਿਹੜਾ ਹੈ ਰਿਲੀਜ਼ ਕਰਦੀ ਹੈ। ਨੈਕਸਟ ਗੱਲ ਕਰਦਾ ਮਲੇਰਕੋਟਲਾ, ਹੁਣ ਇਹ ਡਿਸਟ੍ਰਿਕਟ ਬਣਿਆ, ਸਭ ਨੂੰ ਪਤਾ ਹੈ ਜੀ, ਆਪਣਾ 23ਵਾਂ ਜ਼ਿਲ੍ਹਾ ਬਣਾਇਆ ਹੈਗਾ। ਆਪਸ਼ਨ ਨੰਬਰ C ਇਜ਼ ਦਾ ਰਾਈਟ ਆਨਸਰ। ਜਿਹੜਾ ਡੂਇੰਗ ਬਿਜ਼ਨਸ ਰਿਪੋਰਟ ਹੈ 2020, ਇਹਦੇ ਵਿੱਚ ਇੰਡੀਆ ਦਾ, ਤਾਂ ਉੱਥੇ ਇੰਡੀਆ ਦਾ ਜਿਹੜਾ ਰੈਂਕ ਰਿਹਾ, ਇੰਡੀਆ ਦਾ ਰੈਂਕ ਪੁੱਛਿਆ ਸੀਗਾ, ਉਹ ਸੀਗਾ 63rd, ਯਾਨੀ ਕਿ ਆਪਸ਼ਨ ਨੰਬਰ C। ਵਿਚ ਨਿਊ ਡੈਫੀਨੇਸ਼ਨ ਵਾਜ਼ ਇਨਕਲੂਡਡ ਇਨ ਦਾ ਮੋਟਰ ਵਹੀਕਲ ਅਮੈਂਡਮੈਂਟ ਐਕਟ 2019, ਯਾਨੀ ਕਿ ਜਿਹੜਾ ਆਪਣਾ MV ਐਕਟ ਹੈਗਾ ਉਹਦੇ ਵਿੱਚ ਕੁਝ ਅਮੈਂਡਮੈਂਟ ਕੀਤੀ ਗਈ ਸੀਗੀ। ਅਤੇ ਕਿਹੜੀ ਨਵੀਂ ਡੈਫੀਨੇਸ਼ਨ ਐਡ ਕੀਤੀ ਗਈ ਸੀਗੀ? ਉਹ ਕੀਤੀ ਗਈ ਸੀ ਜੀ ਐਗਰੀਗੇਟਰ ਦੀ, ਆਪਸ਼ਨ ਨੰਬਰ B। ਇਨ ਇੰਡੀਆ ਕੋਲੀਜੀਅਮ ਸਿਸਟਮ ਵਾਜ਼ ਫਸਟ ਇੰਟਰੋਡਿਊਸਡ ਇਨ ਦਾ ਰਿਲੇਸ਼ਨ ਟੂ। ਜਿਹੜਾ ਕੋਲੀਜੀਅਮ ਸਿਸਟਮ ਹੈਗਾ ਜੀ ਬੇਸਿਕਲੀ ਆਪਣੀ ਉਹ ਇੰਡੀਅਨ ਜੁਡੀਸ਼ਰੀ ਦੇ ਵਿੱਚ ਹੁੰਦਾ ਹੈ ਜੱਜਿਸ ਦੀ ਅਪਾਇੰਟਮੈਂਟ ਲਈ। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ C। ਬਸ ਦੇਖਣ ਦੇ ਵਿੱਚ ਆ ਰਿਹਾ ਅੱਜ ਕੱਲ੍ਹ ਨਾ ਆਪਸ਼ਨ C ਦਾ ਕਾਫੀ ਕੁਐਸਚਨ ਦਾ ਆਨਸਰ ਜਿਹੜਾ ਹੈਗਾ ਆਪਾਂ ਡਿਸਕਸ ਕਰ ਚੁੱਕੇ ਹਾਂ। ਫਿਰ ਗੱਲ ਕਰਦਾ ਹੈਗਾ ਕਿ ਯੂਨੈਸਕੋ ਨੇ ਵਰਲਡ ਕਲਚਰ ਜਿਹੜੀ ਹੈਰੀਟੇਜ ਸਾਈਟਸ ਜਿਹੜੀ ਰਿਕਗਨਾਈਜ਼ ਕਰਦਾ ਹੈ, ਉਹਨਾਂ ਵਿੱਚੋਂ ਕਿਹੜੀ ਯੂਨੀਵਰਸਿਟੀ ਕੀਤਾ ਹੋਇਆ ਜੀ? ਇਹ ਆਪਾਂ ਨੂੰ ਪਤਾ ਹੈ ਜੀ, ਬਿਹਾਰ ਦੀ ਯੂਨੀਵਰਸਿਟੀ ਸੀਗੀ।
ਆਪਸ਼ਨ ਨੰਬਰ ਸੀ। ਲਓ ਜੀ, ਇਹਦਾ ਆਨਸਰ ਵੀ ਸੀ ਆ ਗਿਆ। ਆਪਸ਼ਨ ਨੰਬਰ ਸੀ ਨਾਲੰਦਾ ਯੂਨੀਵਰਸਿਟੀ। ਨੈਕਸਟ ਕੁਐਸਚਨ ਦੇ ਵਿੱਚ ਗੱਲ ਕਰ ਰਿਹਾ ਹੈ ਇਹਨਾਂ ਵਿੱਚੋਂ ਕਿਹੜੇ ਆਪਸ਼ਨ ਹੈ ਜਿਹਦੇ ਸਟੇਟ ਦੇ ਨਾਲ ਉਹਦੀ ਜਿਹੜਾ ਜਦੋਂ ਸਟੇਟ ਬਣਿਆ ਸੀਗਾ ਉਹ ਕਰੈਕਟਲੀ ਮੈਚ ਹੈ। ਤੇ ਕੁਐਸਚਨ ਕਾਫੀ ਵੈਸੇ ਤਾਂ ਮੁਸ਼ਕਿਲ ਸੀਗਾ ਲੇਕਿਨ ਟ੍ਰਿਕੀ ਸੀਗਾ, ਕਿਉਂਕਿ ਇਹ ਨਾ ਡੇਟ ਬਿਲਕੁਲ ਆਪਾਂ ਨੂੰ ਯਾਦ ਹੈ, ਕਿਉਂਕਿ ਆਪਾਂ ਨੂੰ ਪਤਾ ਹੈ ਕਿ 1 ਨਵੰਬਰ 66 ਦੇ ਵਿੱਚ ਪੰਜਾਬ ਹਰਿਆਣਾ HP ਜਿਹੜੇ ਸੀਗੇ ਅਲੱਗ ਹੋਏ ਸੀਗੇ ਬਾਉਂਡਰੀ ਕਮਿਸ਼ਨ ਦੇ ਤਹਿਤ। ਤਾਂ ਕਾਫੀ ਈਜ਼ੀ ਕੁਐਸਚਨ ਸੀਗਾ ਜੇਕਰ ਆਪਾਂ ਨੂੰ ਇੱਕ ਮਤਲਬ ਸਟੇਟ ਦੀ ਵੀ ਗੱਲ ਯਾਦ ਰਹਿੰਦੀ ਹੈ। ਤਾਂ ਤੇਲੰਗਾਨਾ ਬਣਿਆ 2014 ਦੇ ਵਿੱਚ ਸੀਗਾ, ਲੇਕਿਨ ਜੂਨ ਦੇ ਵਿੱਚ ਬਣਿਆ ਸੀਗਾ, ਅਗਸਤ ਦੇ ਵਿੱਚ ਨਹੀਂ ਬਣਿਆ ਸੀਗਾ। ਜਿਹੜਾ ਕੁਐਸਚਨ ਨੰਬਰ 16 ਹੈ ਉਹ ਗੱਲ ਕਰ ਰਿਹਾ ਕਿ ਜਿਹੜਾ ਫਲੈਗ ਸੱਤਿਆਗ੍ਰਹਿ ਸੀਗਾ ਉਹ ਸਰਦਾਰ ਵੱਲਭ ਭਾਈ ਪਟੇਲ ਨੇ ਕਿਹੜੇ ਪਲੇਸ 'ਤੇ ਕੀਤਾ ਸੀਗਾ। ਵੈਸੇ ਮੈਂ ਇਸ ਕੁਐਸਚਨ ਦੇ ਵਿੱਚ ਹਲਕਾ ਸ਼ੋਰ ਨਹੀਂ ਹੈਗਾ ਹਾਲੇ, ਬਿਕੋਜ਼ ਮੈਨੂੰ ਬਾਰਦੋਲੀ ਲੱਗ ਰਿਹਾ, ਲੇਕਿਨ ਮੈਂ ਕਨਫਰਮ ਕਰਕੇ ਤੁਹਾਨੂੰ ਜਿਹੜਾ ਮੇਰਾ ਟੈਲੀਗ੍ਰਾਮ ਦਾ ਗਰੁੱਪ ਆ ਉੱਥੇ ਦੱਸ ਦੇਵਾਂਗਾ ਕਨਫਰਮ ਕਰਕੇ। ਨੈਕਸਟ ਗੱਲ ਕਰ ਰਿਹਾ ਵਿਚ ਆਫ ਦਾ ਫੋਲੋਇੰਗ ਇਜ਼ ਏ ਮਿਲਟਰੀ ਅਲਾਈਅੰਸ। ਹਾਂ, ਦੂਜੀ ਗੱਲ ਹੋਰ, ਜੇਕਰ ਤੁਹਾਨੂੰ ਇਸ ਕੁਐਸਚਨ ਦਾ ਆਨਸਰ ਪਤਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸ ਸਕਦੇ ਹੋ। ਤਾਂ 4 ਆਪਸ਼ਨ ਦਿੱਤੇ ਗਏ ਨੇ, ਇਹਨਾਂ ਪੁੱਛਿਆ ਕਿ ਕਿਹੜਾ ਮਿਲਟਰੀ ਅਲਾਈਅੰਸ ਹੈ। ਪਹਿਲਾਂ ਗੱਲ ਕਰ ਰਿਹਾ ਏਸੀਆਨ ਬਾਰੇ। ਆਸੀਆਨ ਤੁਹਾਨੂੰ ਕੰਟਰੀਜ਼ ਪਤਾ ਹੀ ਨੇ। ਆਸੀਆਨ ਬੇਸਿਕਲੀ ਕੀ ਹੈ, ਇੱਕ ਤਰ੍ਹਾਂ ਦਾ ਇਕਨੋਮਿਕ ਐਗਰੀਮੈਂਟ ਹੈਗਾ ਜਿਹੜਾ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨ, ਯਾਨੀ ਕਿ ਜਿਹੜੇ ਸਾਊਥ ਈਸਟ ਏਸ਼ੀਆ ਦੇ ਵਿੱਚ ਨੇਸ਼ਨ ਪੈਂਦੇ ਨੇ ਉਹਨਾਂ ਦੇ ਜਿਹੜਾ ਹੈਗਾ ਇੱਕ ਗਰੁੱਪ ਹੈਗਾ। ਨੈਕਸਟ ਗੱਲ ਕਰ ਰਿਹਾ ਨਾਫਟਾ ਬਾਰੇ। ਜਿਹੜਾ ਨਾਫਟਾ ਹੈ ਉਹ ਇੱਕ ਤਰ੍ਹਾਂ ਦਾ ਫ੍ਰੀ ਟ੍ਰੇਡ ਐਗਰੀਮੈਂਟ ਹੈ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ। ਨੈਕਸਟ ਗੱਲ ਕਰ ਰਿਹਾ ਨਾਟੋ ਬਾਰੇ। ਜਿਹੜਾ ਨਾਟੋ ਹੈਗਾ ਉਹ ਹੈਗਾ ਜੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ। ਇਹ ਇੱਕ ਤਰ੍ਹਾਂ ਦੀ ਇੰਟਰ ਗੌਰਮੈਂਟ ਜਿਹੜੀ ਹੈ ਮਿਲਟਰੀ ਅਲਾਇੰਸ ਹੈ, ਜੋ ਕਿ ਯੂਰੋਪੀਅਨ ਕੰਟਰੀਜ਼ ਯਾਨੀ ਯੂਰੋਪੀਅਨ ਯੂਨੀਅਨ ਜਿਹਦੇ ਵਿੱਚ 28 ਕੰਟਰੀਜ਼ ਨੇ, ਅਤੇ ਜਿਹੜੀ ਨਾਰਥ ਅਮਰੀਕਾ ਦੀ 2 ਕੰਟਰੀਜ਼ ਹੈ, ਇਹਨਾਂ ਦੇ ਵਿੱਚ ਹੈਗਾ ਆਹ ਕੰਟਰੈਕਟ, ਯਾਨੀ ਕਿ ਕੈਨੇਡਾ ਅਤੇ USA ਦੇ ਵਿੱਚ। ਤਾਂ ਇਸ ਹਿਸਾਬ ਨਾਲ ਆਪਾਂ ਕਹਿ ਸਕਦੇ ਹਾਂ ਜੀ ਨਾਟੋ ਜਿਹੜਾ ਹੈਗਾ ਇੱਕ ਮਿਲਟਰੀ ਅਲਾਇੰਸ ਹੈਗਾ। ਇਹ ਕੁਐਸਚਨ ਆਨਸਰ ਵੀ ਉਹੀ ਦੇ ਸਕਦਾ ਸੀਗਾ ਜਿਨ੍ਹਾਂ ਨੂੰ ਇਹਨਾਂ 4 ਆਪਸ਼ਨ ਬਾਰੇ ਥੋੜ੍ਹੀ ਜਿਹੀ ਨੌਲੇਜ ਹੋਊਗੀ। ਮੈਂ ਫਿਰ ਉਹੀ ਗੱਲ ਕਰ ਰਿਹਾ ਜੀ, ਫਿਰ ਦੇਖੋ ਘੁੰਮ ਫਿਰ ਕੇ ਆਪਸ਼ਨ ਨੰਬਰ C ਆਨਸਰ ਆ ਗਿਆ। ਨੈਕਸਟ ਗੱਲ ਕਰ ਰਿਹਾ ਵਿਚ ਏਅਰਪੋਰਟ ਹੈਜ਼ ਬਿਕਮ ਦਾ ਵਰਲਡ ਫਸਟ ਏਅਰਪੋਰਟ ਟੂ ਕੰਪਲੀਟਲੀ ਓਪਰੇਟ ਔਨ ਸੋਲਰ ਪਾਵਰ, ਯਾਨੀ ਕਿ ਟੋਟਲੀ ਆ ਸੋਲਰ ਪਾਵਰ 'ਤੇ ਚੱਲਦਾ ਹੈਗਾ, ਸੋਲਰ ਐਨਰਜੀ 'ਤੇ ਚੱਲਦਾ। ਤਾਂ ਉਹ ਹੈਗਾ ਜੀ ਕੋਚੀਨ ਏਅਰਪੋਰਟ, ਆਪਸ਼ਨ ਨੰਬਰ A। ਫਿਰ ਗੱਲ ਕਰ ਰਿਹਾ ਦਾ ਵਰਸਟਾਈਲ ਬੋਲੀਵੁੱਡ ਐਕਟਰ ਇਰਫਾਨ ਖਾਨ, ਜਿਨ੍ਹਾਂ ਦੀ 2020 ਦੇ ਵਿੱਚ ਡੈਥ ਹੋ ਗਈ ਸੀਗੀ। ਉਹਨਾਂ ਨੂੰ ਕਿਹੜੀ ਮੂਵੀ ਲਈ ਜਿਹੜਾ ਸੀਗਾ ਨੈਸ਼ਨਲ ਅਵਾਰਡ ਮਿਲਿਆ ਸੀਗਾ। ਤਾਂ ਜਿਹੜੀ ਇਰਫਾਨ ਖਾਨ ਸੀਗੇ ਉਹਨਾਂ ਨੂੰ ਜੀ ਪਾਨ ਸਿੰਘ ਤੋਮਰ ਮੂਵੀ ਲਈ ਜਿਹੜਾ ਸੀਗਾ ਨੈਸ਼ਨਲ ਅਵਾਰਡ ਮਿਲਿਆ ਸੀਗਾ। ਅਤੇ ਇਹ ਮੂਵੀ ਨਾ ਕਾਫੀ ਜ਼ਿਆਦਾ ਔਸਮ ਹੈ, ਮੈਂ ਵੀ ਦੇਖੀ ਹੈ, ਜੇ ਤੁਹਾਨੂੰ ਟਾਈਮ ਲੱਗੇ ਤੁਸੀਂ ਵੀ ਦੇਖਿਓ ਜੀ। ਲੰਚ ਬਾਕਸ ਲਈ ਵੀ ਇਹਨੂੰ ਰਿਕਗਨੀਸ਼ਨ ਮਿਲੀ ਸੀਗੀ, ਅੱਛੀ ਮੂਵੀ ਸੀਗੀ ਆ ਵੀ। ਨੈਕਸਟ ਗੱਲ ਕਰਦੇ ਹਾਂ ਕਿ ਜਿਹੜੇ ਵਿੰਟਰ ਓਲੰਪਿਕ ਗੇਮਸ ਹੋਣੀ ਹੈ 2022 ਦੇ ਵਿੱਚ ਕਿੱਥੇ ਔਰਗਨਾਈਜ਼ ਹੋਣਗੀਆਂ। ਅਤੇ ਜਿਹੜੀ ਆਹ ਗੇਮ ਹੋਣਗੀ ਜੀ ਇਹ ਹੋਣਗੀਆਂ ਜੀ ਬੀਜ਼ਿੰਗ ਚਾਈਨਾ ਦੇ ਵਿੱਚ। ਫਿਲਹਾਲ ਤਾਂ ਸ਼ਡਿਊਲ ਆਹੀ ਹੈ, ਜੇ ਇਨ ਕੇਸ ਚੇਂਜ ਹੁੰਦਾ ਤਾਂ ਬਾਅਦ ਦੀ ਗੱਲ ਹੈ, ਲੇਕਿਨ ਫਿਲਹਾਲ ਜਿਹੜਾ ਆਪਸ਼ਨ ਨੰਬਰ D ਇਹਦਾ ਸਹੀ ਆਨਸਰ ਹੋਊਗਾ। ਹੁਣ ਆਪਾਂ ਗੱਲ ਕਰਦੇ ਹਾਂ ਕੰਪਿਊਟਰ ਬਾਰੇ, ਕਿਉਂਕਿ ਆਪਾਂ ਇਹਨਾਂ ਦੇ ਵਿੱਚ ਆਹੀ ਚੀਜ਼ਾਂ ਡਿਸਕਸ ਕਰਾਂਗੇ, ਰੀਜ਼ਨਿੰਗ ਅਤੇ ਮੈਥ ਡਿਸਕਸ ਨਹੀਂ ਕਰਾਂਗੇ। ਕਹਿ ਰਿਹਾ ਕਿ ਜਿਹੜੀ ਵੀ ਲੌਜੀਕਲ ਅਤੇ ਮੈਥਮੈਟਿਕ ਕੈਲਕੂਲੇਸ਼ਨ ਹੁੰਦੀ ਹੈ ਉਹ ਕਿਹਦੇ ਦੁਆਰਾ ਕੀਤੀ ਜਾਂਦੀ ਕੰਪਿਊਟਰ ਦੇ ਵਿੱਚ। ਆਪਾਂ ਨੂੰ ਓਬਵੀਅਸਲੀ ਗੱਲ ਪਤਾ ਹੈ ਜੀ CPU ਦੁਆਰਾ ਕੀਤੀ ਜਾਂਦੀ ਹੈ, ਜਿਹਨੂੰ ਕਿ ਆਪਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਬੋਲਦੇ ਹਾਂ। ਆਪਸ਼ਨ ਨੰਬਰ C ਇਹਦਾ ਬਿਲਕੁਲ ਸਹੀ ਆਨਸਰ ਹੋਊਗਾ। ਨੈਕਸਟ ਗੱਲ ਕਰ ਰਿਹਾ ਇਹਨਾਂ ਵਿੱਚੋਂ ਕਿਹੜੀ ਚੀਜ਼ ਹੈ ਜਿਹੜੀ ਡੇਟਾ ਪ੍ਰੋਸੈਸਿੰਗ ਫੰਕਸ਼ਨ ਨਹੀਂ ਹੈਗਾ ਕੰਪਿਊਟਰ ਦਾ। ਤਾਂ ਡੇਟਾ ਗੈਦਰ ਕਰਨਾ, ਪ੍ਰੋਸੈਸ ਕਰਨਾ, ਸਟੋਰ ਕਰਨਾ ਅਤੇ ਐਨਾਲਾਈਜ਼ ਕਰਨਾ। ਤਾਂ ਇਹਦਾ ਜਿਹੜਾ ਸਹੀ ਆਨਸਰ ਹੋਊਗਾ ਉਹ ਸੀਗਾ ਜੀ ਆਪਸ਼ਨ ਨੰਬਰ C, ਐਨਾਲਾਈਜ਼ਿੰਗ ਦਾ ਡੇਟਾ ਔਰ ਇਨਫੋਰਮੇਸ਼ਨ, ਯਾਨੀ ਕਿ ਇਟ ਇਜ਼ ਨੋਟ ਵਨ ਆਫ ਦਾ 4 ਮੇਜਰ ਡੇਟਾ ਪ੍ਰੋਸੈਸਿੰਗ ਫੰਕਸ਼ਨ ਆਫ ਏ ਕੰਪਿਊਟਰ। ਨੈਕਸਟ ਗੱਲ ਕਰਦਾ ਡਿਲੀਟ ਕੀ ਇਜ਼ ਯੂਜ਼ ਟੂ ਡਿਲੀਟ ਕਰੈਕਟਰ ਡੈਸ਼ ਆਫ ਦਾ ਕਰਸਰ। ਮੰਨ ਲਓ ਮੈਂ ਨਾ ਇੱਥੇ ਲਿਖਿਆ ਹੋਇਆ ਹੈਗਾ, ਚਲੋ ਡਿਲੀਟ ਨਾਲ ਤੁਸੀਂ ਕਨਫਿਊਜ਼ ਹੋ ਜਾਓਗੇ। ਕਰਸਰ ਵਰਡ ਯੂਜ਼ ਕਰ ਲਿਆ, ਅਤੇ ਮੈਂ ਮੰਨ ਲਓ ਮੇਰਾ ਕਰਸਰ ਨਾ ਇੱਥੇ ਹੈਗਾ, ਅਤੇ ਜੇਕਰ ਮੈਂ ਬੈਕ ਸਪੇਸ ਦਬਾਵਾਂਗਾ ਤਾਂ ਉਹ ਕੀ ਕਰੇਗਾ ਜੀ, ਉਹ R ਨੂੰ ਡਿਲੀਟ ਕਰ ਦੇਗਾ, ਯਾਨੀ ਕਿ R ਨੂੰ ਹਟਾ ਦੇਗਾ। ਲੇਕਿਨ ਜੇ ਮੈਂ ਕਰਸਰ ਇੱਥੇ ਰੱਖ ਕੇ ਡਿਲੀਟ ਵਰਡ ਯੂਜ਼ ਕਰਾਂਗਾ ਨਾ, ਤਾਂ ਉਹ ਨਾ ਡਿਲੀਟ ਕੀ ਪ੍ਰੈਸ ਕਰਨ ਨਾਲ ਨਾ ਤਾਂ ਕਰਸਰ ਤੋਂ ਰਾਈਟ ਵਾਲੇ ਨੂੰ ਡਿਲੀਟ ਕਰੇਗਾ। ਤਾਂ ਇਹਦਾ ਆਨਸਰ ਹੋਊਗਾ ਆਪਸ਼ਨ ਨੰਬਰ B, ਰਾਈਟ। ਬੈਕ ਸਪੇਸ ਹੁੰਦਾ ਫਿਰ ਲੈਫਟ ਹੁੰਦਾ। ਇਹ ਵਾਲਾ ਕੁਐਸਚਨ ਤਾਂ ਮੈਂ ਆਪਣੀ ਵੀਡੀਓ ਦੇ ਵਿੱਚ ਵੀ ਕਰਾਇਆ ਸੀਗਾ ਲੇਟੈਸਟ ਨੂੰ, ਜਿਹੜੀ ਲਾਸਟ ਵੀਡੀਓ ਪਾਈ ਸੀਗੀ। ਜਿਹੜੀ ਈਮੇਲ ਦਾ ਅਕਾਊਂਟ ਹੁੰਦਾ ਸਟੋਰੇਜ ਏਰੀਆ, ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ, ਉਹਨੂੰ ਆਪਾਂ ਕਹਿੰਦੇ ਹਾਂ ਜੀ ਮੇਲ ਬਾਕਸ। ਅਗੇਨ ਆਪਸ਼ਨ ਨੰਬਰ C ਆ ਗਿਆ। ਨੈਕਸਟ ਗੱਲ ਕਰ ਰਿਹਾ ਕਿਹੜਾ ਕੀ ਕੰਬੀਨੇਸ਼ਨ, ਯਾਨੀ ਕਿ ਸ਼ਾਰਟਕਟ ਆਪਾਂ ਯੂਜ਼ ਕਰਦੇ ਹਾਂ ਲਾਈਨ ਬ੍ਰੇਕ ਵਾਸਤੇ। ਤਾਂ ਕਾਫੀ ਈਜ਼ੀ ਸੀਗਾ, ਇਹ ਵੀ ਆਪਾਂ ਕਰਦੇ ਹਾਂ ਜੀ Shift+Enter। ਨੈਕਸਟ ਗੱਲ ਕਰਦਾ ਜਿਹੜਾ ਸਿਗਨਲ ਦੀ ਮੂਵਮੈਂਟ ਹੈ, ਇਨਪੁਟ ਆਊਟਪੁੱਟ ਡਿਵਾਈਸ ਜਿਹੜੀ ਆਪਾਂ ਲਾਉਂਦੇ ਹਾਂ ਅਤੇ CPU ਦੇ ਵਿੱਚ, ਉਹ ਕਿਹਦੇ ਦੁਆਰਾ ਕੰਟਰੋਲ ਕੀਤੀ ਜਾਂਦੀਆਂ ਨੇ।
ਤਾਂ ਉਹ ਕੀਤੀ ਜਾਂਦੀਆਂ ਨੇ ਜੀ ਕੰਟਰੋਲ ਯੂਨਿਟ ਦੁਆਰਾ, ਜੋ ਕਿ CPU ਦਾ ਹੀ ਇੱਕ ਪਾਰਟ ਹੁੰਦਾ ਹੈ। ਤਾਂ ਇਹਦਾ ਆਨਸਰ ਹੋਊਗਾ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ ਗੱਲ ਕਰ ਰਿਹਾ, ਵਟ ਟਾਈਪ ਆਫ ਕੰਪਿਊਟਰ ਕੁਡ ਬੀ ਫਾਊਂਡ ਇਨ ਡਿਜੀਟਲ ਵਾਚ, ਯਾਨੀ ਕਿ ਜਿਹੜੀ ਆਪਾਂ ਡਿਜੀਟਲ ਵਾਚ ਯੂਜ਼ ਕਰਦੇ ਹਾਂ ਉਹਦੇ ਵਿੱਚ ਕਿਹੜਾ ਟਾਈਪ ਆਫ ਕੰਪਿਊਟਰ ਹੈ। ਇਹ ਹੁੰਦਾ ਜੀ ਇੰਬੈਡਡ ਕੰਪਿਊਟਰ, ਆਪਸ਼ਨ ਨੰਬਰ ਸੀ। ਫਿਰ ਸੀ ਆਨਸਰ ਆ ਗਿਆ ਜੀ। ਨੈਕਸਟ ਗੱਲ ਕਰ ਰਿਹਾ, ਵਿਚ ਟਾਈਪ ਆਫ ਮੈਮਰੀ ਇਜ਼ ਇਨ ਪੈਨ ਡਰਾਈਵ, ਯਾਨੀ ਕਿ ਆਪਾਂ ਪੈਨ ਡਰਾਈਵ ਯੂਜ਼ ਕਰਦੇ ਹਾਂ ਉਹਦੇ ਵਿੱਚ ਕਿਹੜੀ ਮੈਮਰੀ ਯੂਜ਼ ਹੁੰਦੀ ਹੈ। ਤਾਂ ਉਹ ਹੁੰਦੀ ਹੈ ਜੀ ਫਲੈਸ਼ ਮੈਮਰੀ ਯੂਜ਼ ਹੁੰਦੀ ਹੈ। ਅਤੇ ਆ ਕੀ ਹੁੰਦੀ ਇੱਕ ਤਰ੍ਹਾਂ ਦੀ ਨੋਨ ਵੋਲੇਟਾਈਲ ਹੁੰਦੀ ਹੈ, ਯਾਨੀ ਕਿ ਜੇਕਰ ਇਹਨਾਂ ਵਿੱਚ ਪਾਵਰ ਨਾ ਹੋਵੇ ਤਾਂ ਵੀ ਇਹਦੇ ਵਿੱਚ ਡੇਟਾ ਸਟੋਰ ਰਹਿ ਸਕਦਾ ਹੈ। ਵੋਲੇਟਾਈਲ ਮੈਮਰੀ ਦੇ ਵਿੱਚ ਤਾਂ ਡਾਟਾ ਉੱਡ ਜਾਂਦਾ, ਜਿਵੇਂ ਮੈਂ ਰੈਮ ਦੀ ਗੱਲ ਕਰਦਾ, ਜਿਵੇਂ ਕੰਪਿਊਟਰ ਬੰਦ ਕੀਤਾ ਤਾਂ ਰੈਮ ਦੇ ਵਿੱਚ ਲੋਡ ਡਾਟਾ ਉੱਡ ਜਾਂਦਾ ਹੈਗਾ। ਨੈਕਸਟ ਗੱਲ ਕਰਦਾ ਦਾ ਪ੍ਰੋਸੈਸ ਆਫ ਟਰਾਂਸਫਰਿੰਗ ਇਨਫੋਰਮੇਸ਼ਨ ਫਰੋਮ ਕੰਪਿਊਟਰ ਇਨਟੂ ਦਾ ਸਰਵਰ ਔਨ ਇੰਟਰਨੈਟ। ਦੇਖੋ ਜੀ ਆਪਾਂ ਟਰਾਂਸਫਰ ਕਰ ਰਹੇ ਇਨਫੋਰਮੇਸ਼ਨ ਦਾ ਕੰਪਿਊਟਰ ਤੋਂ ਇੰਟਰਨੈਟ 'ਚ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਅਪਲੋਡ। ਜੇ ਆਪਾਂ ਇੰਟਰਨੈਟ ਤੋਂ ਕੰਪਿਊਟਰ ਦੇ ਵਿੱਚ ਕਰ ਰਹੇ ਹੁੰਦੇ ਹਾਂ ਡਾਊਨਲੋਡ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਾਊਨਲੋਡਿੰਗ। ਤਾਂ ਇਹਦਾ ਆਨਸਰ ਕੀ ਹੋ ਜਾਊਗਾ, ਆਪਸ਼ਨ ਨੰਬਰ ਬੀ ਅਪਲੋਡਿੰਗ। ਫਿਰ ਗੱਲ ਕਰ ਰਿਹਾ ਡਾਕਟਰ ਸੋਲੋਮਨ ਤੇ ਮੈਕਫੀ, ਆ ਕੀ ਚੀਜ਼ ਨੇ, ਤਾਂ ਸਭ ਨੂੰ ਪਤਾ ਜੀ ਐਂਟੀਵਾਇਰਸ ਹੈ, ਆਪਸ਼ਨ ਨੰਬਰ ਡੀ। ਮਲਟੀਮੀਡੀਆ ਸਟੀਮੂਲੇਟਸ ਆਲ ਆਫ ਦਾ ਫੋਲੋਇੰਗ ਐਕਸੈਪਟ, ਯਾਨੀ ਕਿ ਜਿਹਨੂੰ ਸਟੀਮੂਲੇਟ ਨਹੀਂ ਕਰਦਾ ਹੈਗਾ। ਮੇਰੇ ਹਿਸਾਬ ਨਾਲ ਇਹਦਾ ਆਨਸਰ ਨਾ ਸਾਈਟ ਆਊਗਾ। ਅਤੇ ਜੇਕਰ ਤੁਹਾਨੂੰ ਲੱਗਦਾ ਵੀ ਕੁਛ ਹੋਰ ਆਨਸਰ ਆਉਣਾ ਚਾਹੀਦਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਦਿਓ। ਨੈਕਸਟ ਗੱਲ ਕਰ ਰਿਹਾ ਇਹ ਵਰਡ ਇਨ ਏ ਵੈਬ ਪੇਜ ਦੈਟ ਵੈਨ ਕਲਿਕਡ ਓਪਨ ਅਨਦਰ ਡਾਕੂਮੈਂਟ ਇਜ਼ ਕੋਲਡ। ਜਦੋਂ ਵੀ ਆਪਾਂ ਔਨਲਾਈਨ ਬੈਠੇ ਹਾਂ, ਆਪਾਂ ਵੈਬ ਬਰਾਊਜ਼ਰ ਦੇ ਉੱਪਰ ਕੰਮ ਕਰ ਰਹੇ ਹਾਂ, ਕਈ ਵਾਰ ਨਾ ਕੋਈ ਲਿੰਕ ਆ ਰਿਹਾ ਹੁੰਦਾ ਹੈਗਾ, ਇੱਕ ਤਰ੍ਹਾਂ ਦਾ ਵਰਡ ਹੀ ਹੁੰਦਾ ਹੈਗਾ, ਅਤੇ ਉਹਨੂੰ ਕਲਿੱਕ ਕਰਕੇ ਨਾ ਨਵਾਂ ਪੇਜ ਖੁੱਲ੍ਹ ਜਾਂਦਾ ਹੈਗਾ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ, ਉਹਨੂੰ ਕਹਿੰਦੇ ਆਪਾਂ ਹਾਈਪਰ ਲਿੰਕ, ਆਪਸ਼ਨ ਨੰਬਰ ਬੀ। ਫਿਰ ਗੱਲ ਕਰ ਰਿਹਾ MS ਵਰਡ ਸੁਪਰਸਕ੍ਰਿਪਟ ਸਬਸਕ੍ਰਿਪਟ ਸਟ੍ਰਾਈਕ ਥਰੂ ਆਰ ਨੋਨ ਐਸ, ਯਾਨੀ ਕਿ ਸੁਪਰਸਕ੍ਰਿਪਟ ਸਬਸਕ੍ਰਿਪਟ ਤੁਹਾਨੂੰ ਪਤਾ ਹੀ ਹੈ। ਮੰਨ ਲਓ ਜੇਕਰ ਮੈਂ ਲਿਖ ਦਿੰਦਾ CO2 ਥੱਲੇ ਲਿਖ ਦਿੰਦਾ, ਜਾਂ ਫਿਰ ਮੈਂ CO2 ਉੱਪਰ ਲਿਖ ਦਿੰਦਾ, ਤਾਂ ਕੀ ਹੁੰਦਾ ਜੀ ਸਬਸਕ੍ਰਿਪਟ ਅਤੇ ਸੁਪਰਸਕ੍ਰਿਪਟ ਹੁੰਦਾ ਹੈਗਾ, ਅਤੇ ਆਹ ਹੁੰਦਾ ਹੈ ਜੀ ਫੌਂਟ ਇਫੈਕਟ ਹੁੰਦਾ ਹੈ। ਤਾਂ ਆਪਸ਼ਨ ਨੰਬਰ ਡੀ ਹੋਊਗਾ ਇਹਦਾ ਸਹੀ ਆਨਸਰ, ਫੌਂਟ ਇਫੈਕਟ। ਨੈਕਸਟ ਗੱਲ ਕਰ ਰਿਹਾ ਵਿਚ ਫੰਕਸ਼ਨ ਵਿਲ ਬੀ ਯੂਜ਼ ਟੂ ਐਂਟਰ ਕਰੰਟ ਟਾਈਮ ਇਨ ਵਰਕਸ਼ੀਟ ਸੈੱਲ, ਯਾਨੀ ਕਿ ਜਿਹੜਾ MS ਐਕਸਲ ਦੀ ਸ਼ੀਟ ਹੁੰਦੀ ਹੈ ਉਹਦੇ ਵਿੱਚ ਆਪਾਂ ਕਰੰਟ ਟਾਈਮ ਐਂਟਰ ਕਰਨ ਲਈ ਕਿਹੜਾ ਫੰਕਸ਼ਨ ਯੂਜ਼ ਕਰ ਸਕਦੇ ਹਾਂ। ਤਾਂ ਉਹ ਆਪਾਂ ਕਰਦੇ ਹਾਂ ਜੀ ਇਜ਼ ਇਕੁਅਲ ਟੂ, ਕਿਉਂਕਿ ਕੋਈ ਵੀ ਫੰਕਸ਼ਨ ਯੂਜ਼ ਕਰਨਾ ਪਹਿਲੀ ਗੱਲ ਤਾਂ ਉਹ ਇਕੁਅਲ ਟੂ ਤੋਂ ਯੂਜ਼ ਹੋਏਗਾ ਜੀ, ਨਾਓ ਪਾ ਕੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਆਪਸ਼ਨ ਨੰਬਰ ਏ। ਫਿਰ ਗੱਲ ਕਰਦਾ ਵਿਚ ਸਾਈਨ ਇਜ਼ ਯੂਜ਼ ਟੂ ਸਪੈਸੀਫਾਈ ਅ ਸੈੱਲ ਰੇਂਜ, ਜਦੋਂ ਵੀ ਆਪਾਂ ਕੋਈ ਫਾਰਮੂਲਾ ਲੈਂਦੇ ਹਾਂ ਤਾਂ ਸੈੱਲ ਰੇਂਜ ਦਿੰਦੇ ਹਾਂ, ਤਾਂ ਜਿਹਨੂੰ ਆਪਾਂ ਕੀ ਕੋਲਨ ਨਾਲ ਯੂਜ਼ ਕਰਦੇ ਹਾਂ, ਯਾਨੀ ਕਿ ਜਿਵੇਂ ਮੰਨ ਲਓ C2 ਤੋਂ ਲੈ ਕੇ D2 ਤੱਕ, ਤਾਂ ਆ ਕਿਹੜਾ ਯੂਜ਼ ਕਰ ਰਹੇ ਹਾਂ ਜੀ ਆਪਾਂ ਕੋਲਨ ਯੂਜ਼ ਕਰ ਰਹੇ ਹਾਂ, ਆਪਸ਼ਨ ਨੰਬਰ ਏ। ਨੈਕਸਟ ਗੱਲ ਕਰਦਾ ਵਿਚ ਵਨ ਆਫ ਦਾ ਫੋਲੋਇੰਗ ਇਜ਼ ਦ ਕ੍ਰੌਪ ਰੋਟੇਸ਼ਨ ਇਜ਼ ਬੈਸਟ ਫॉर ਮੇਨਟੇਨਿੰਗ ਸੋਇਲ ਫਰਟੀਲਿਟੀ, ਯਾਨੀ ਕਿ ਸੋਇਲ ਫਰਟੀਲਿਟੀ ਨੂੰ ਵਧਾਉਣ ਲਈ ਜਿਹੜਾ ਹੈਗਾ ਕਿਹੜੀ ਕ੍ਰੌਪ ਰੋਟੇਸ਼ਨ ਆਪਾਂ ਨੂੰ ਕਰਨੀ ਚਾਹੀਦੀ ਹੈਗੀ ਹੈ। ਇਹਦਾ ਆਨਸਰ ਨਾ C ਜਾਂ D ਦੇ ਵਿੱਚ ਹੋਣਾ ਚਾਹੀਦਾ ਹੈਗਾ, ਮੈਂ ਕਨਫਰਮ ਕਰਕੇ ਤੁਹਾਨੂੰ ਆ ਵੀ ਜ਼ਰੂਰ ਦੱਸਾਂਗਾ, ਕਿਉਂਕਿ ਕਈ ਕੁਐਸਚਨ ਇੱਦਾਂ ਦੇ ਹੁੰਦੇ ਨੇ ਨਾ ਜਿਨ੍ਹਾਂ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ। ਫਿਰ ਗੱਲ ਕਰ ਰਿਹਾ ਪਿੰਕ ਬੋਲ ਵੋਮ ਬਾਰੇ, ਜੋ ਕਿ ਇੱਕ ਸੀਰੀਅਸ ਪੈਸਟ ਹੈਗਾ ਕੋਟਨ ਦਾ, ਆਪਸ਼ਨ ਨੰਬਰ ਬੀ ਕੋਟਨ। ਫਸਟ ਐਗਰੀਕਲਚਰ ਯੂਨੀਵਰਸਿਟੀ ਆ ਸਭ ਨੂੰ ਪਤਾ ਹੀ ਹੈ ਜੀ, ਗੋਬਿੰਦ ਬੱਲਭ ਪੰਤ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਪੰਤ ਨਗਰ ਦੇ ਵਿੱਚ ਹੈਗਾ। ਨੈਕਸਟ ਗੱਲ ਕਰ ਰਿਹਾ ਜਿਹੜਾ ਐਸਿਡ ਰੇਨ ਹੈ ਉਹ ਕਿਹੜੀ ਗੈਸ ਦੇ ਮਿਸ਼ਨ ਨਾਲ ਕੋਜ਼ ਹੁੰਦਾ ਐਟਮੋਸਫੇਅਰ ਦੇ ਵਿੱਚ। ਇਹ ਗੱਲ ਤਾਂ ਮੈਂ ਬਹੁਤ ਸਾਰੇ ਜਿਹੜੀ ਮੇਰੀ ਸੀਰੀਜ਼ ਆਈਆਂ ਨੇ ਸਾਰਿਆਂ ਵਿੱਚ ਕਰਾਇਆ ਸੀਗਾ ਮੈਂ, ਕਿ ਤਾਂ ਨਾਈਟ੍ਰੋਜਨ ਡਾਈਆਕਸਾਈਡ ਅਤੇ ਸਲਫਰ ਡਾਈਆਕਸਾਈਡ ਜਿਹੜੇ ਨੇ ਉਹ ਇੱਕ ਤਰ੍ਹਾਂ ਦੇ ਦੋਨੋਂ ਹੀ ਮਿਲ ਕੇ ਜਿਹੜਾ ਐਸਿਡ ਰੇਨ ਦਾ ਫੋਰਮੇਸ਼ਨ ਕਰਦੇ ਨੇ। ਅਤੇ ਜਦੋਂ ਵੀ ਐਸਿਡ ਰੇਨ ਬਣਦੀ ਹੈ ਤਾਂ ਆਪਾਂ ਟਰਾਈ ਕਰਦੇ ਹਾਂ ਕਿ ਜਦੋਂ ਵੀ ਮਾਨਸੂਨ ਦੀ ਜਾਂ ਕੋਈ ਵੀ ਪਹਿਲੀ ਬਾਰਿਸ਼ ਹੁੰਦੀ ਹੈ ਤਾਂ ਆਪਾਂ ਉਹਦੇ ਵਿੱਚ ਟਰਾਈ ਕਰਦੇ ਹਾਂ ਕਿ ਨਹਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਕਿਉਂਕਿ ਐਸਿਡ ਰੇਨ ਹੁੰਦੀ ਹੈ ਤਾਂ ਉਹਦੇ ਨਾਲ ਕਮੋਰੀਆਂ ਵਗੈਰਾ ਵੀ ਹੋ ਸਕਦੀਆਂ ਨੇ। ਨੈਕਸਟ ਗੱਲ ਕਰਦੇ ਜਿਹੜੀ ਪੰਜਾਬ ਦੇ ਵਿੱਚ ਸੋਇਲ ਹੈ ਉਹ ਕਿੰਨੇ ਟਾਈਪਸ ਦੇ ਵਿੱਚ ਡਿਵਾਈਡ ਹੈ। ਵੈਸੇ ਤਾਂ ਜਿਹੜੀ ਪੰਜਾਬ ਦੀ ਸੋਇਲ ਹੈ ਉਹ ਕਾਫੀ ਜ਼ਿਆਦਾ ਟਾਈਪਸ ਦੇ ਵਿੱਚ ਡਿਵਾਈਡ ਹੈ, ਜਿਵੇਂ ਕਿ ਲੋਮੀ ਸੋਇਲ ਹੋ ਗਿਆ, ਸੈਂਡੀ ਸੋਇਲ ਹੋ ਗਿਆ, ਡੈਜ਼ਰਟ ਸੋਇਲ, ਕਾਂਡੀ ਸੋਇਲ, ਫੋਰੈਸਟ ਸੋਇਲ, ਸੈਲਾਈਨ ਸੋਰਸ। ਤਾਂ ਉਸ ਨਾਲ ਜੇਕਰ ਆਪਾਂ ਦੇਖਿਆ ਮੈਕਸੀਮਮ ਦੀ ਗੱਲ ਕਰੀਏ ਤਾਂ ਆਪਸ਼ਨ ਨੰਬਰ ਡੀ ਹੀ 'ਤੇ ਸੂਟ ਕਰੂਗਾ, ਆਪਸ਼ਨ ਨੰਬਰ ਡੀ 5। ਨੈਕਸਟ ਗੱਲ ਕਰਦਾ ਹੈ ਵਿਚ ਵਟ ਇਜ਼ ਦਾ ਨੋਨ ਐਜ਼ ਟਰਾਇੰਗਲ ਰੀਜਨ ਬਿਟਵੀਨ ਸਤਲੁਜ ਐਂਡ ਬਿਆਸ। ਇਹ ਤਾਂ ਗੱਲ ਆਪਾਂ ਨੂੰ ਪਤਾ ਹੀ ਹੈ ਕਿ ਮਾਝਾ, ਦੁਆਬਾ, ਮਾਲਵਾ ਦੇ ਤਿੰਨ ਜਿਹੜੇ ਨੇ ਆਪਣੇ ਰੀਜਨ ਨੇ, ਅਤੇ ਜਿਹੜਾ ਬਿਆਸ ਅਤੇ ਸਤਲੁਜ ਦੇ ਵਿੱਚ ਆ ਜਾਂਦਾ ਹੈਗਾ ਉਹਨੂੰ ਆਪਾਂ ਕੀ ਕਹਿੰਦੇ ਹਾਂ ਜੀ ਦੁਆਬਾ। ਰਾਵੀ, ਸਤਲੁਜ, ਬਿਆਸ ਆਪਾਂ ਨੂੰ ਪਤਾ ਆਪਣੀ ਤਿੰਨ ਨਦੀਆਂ ਨੇ, ਅਤੇ ਜਿਹੜਾ ਇਹਨਾਂ ਵਿੱਚ ਆਉਂਦਾ ਹੈਗਾ ਉਹ ਹੈਗਾ ਦੁਆਬਾ। ਨੈਕਸਟ ਗੱਲ ਕਰਦਾ ਜਿਹੜਾ ਸੱਗੀ ਫੁੱਲ ਹੈ ਪੰਜਾਬ ਕਲਚਰ ਦੇ ਵਿੱਚ ਉਹ ਕੀ ਹੈ। ਕਾਫੀ ਬੇਸਿਕ ਅਤੇ ਈਜ਼ੀ ਕੁਐਸਚਨ ਸੀਗਾ, ਆਪਾਂ ਨੂੰ ਪਤਾ ਹੈ ਕਿ ਉਹ ਇੱਕ ਔਰਨਾਮੈਂਟ ਹੈ ਜਿਹੜਾ ਆਪਾਂ ਹੈੱਡ ਦੇ ਉੱਪਰ ਪਾਉਂਦੇ ਹਾਂ, ਯਾਨੀ ਕਿ ਫੀਮੇਲਸ ਪਾਉਂਦੀਆਂ ਨੇ।
ਫਿਰ ਗੱਲ ਕਰ ਰਿਹਾ ਹੂ ਇਜ਼ ਦਾ ਪਾਇਨੀਅਰ ਆਫ ਪੰਜਾਬੀ ਸੂਬਾ। ਇਹ ਕੁਐਸਚਨ ਤਾਂ ਮੈਂ ਆਪਣੀ ਵੀਡੀਓ ਵਿੱਚ ਡਿਸਕਸ ਕੀਤਾ ਸੀਗਾ, ਕਿਉਂਕਿ ਜਦੋਂ ਪੰਜਾਬੀ ਸੂਬਾ ਮੂਵਮੈਂਟ ਆਈ ਸੀਗੀ ਤਾਂ ਉਸ ਟਾਈਮ ਮਾਸਟਰ ਤਾਰਾ ਸਿੰਘ ਨੇ ਬਹੁਤ ਵੱਡਾ ਰੋਲ ਨਿਭਾਇਆ ਸੀਗਾ। ਯਾਨੀ ਕਿ ਪੰਜਾਬ ਦੇ ਵਿੱਚ ਉਹ ਲੋਕੀ ਰਹਿਣਗੇ ਜਿਹੜੇ ਪੰਜਾਬੀ ਬੋਲਣਗੇ। ਨੈਕਸਟ ਗੱਲ ਕਰ ਰਹੇ ਨੇ ਵਿੱਚੋਂ ਕਿਹੜੀ ਆਰਗੇਨਾਈਜੇਸ਼ਨਸ ਦੇ ਨਾਲ ਭਗਤ ਸਿੰਘ ਜੀ ਐਸੋਸੀਏਟ ਕਰਦੇ ਸੀਗੇ, ਤਾਂ ਉਹ ਸੀਗੀਆਂ ਜੀ ਹਿੰਦੁਸਤਾਨ, ਜਿਹਨੂੰ ਕਿ ਆਪਾਂ HSRA, ਤੇ ਹੋ ਗਿਆ ਨੌਜਵਾਨ ਭਾਰਤ ਸਭਾ, ਯਾਨੀ ਕਿ ਆਪਸ਼ਨ ਨੰਬਰ B ਐਂਡ C ਦੋਨੋਂ, ਯਾਨੀ ਕਿ ਆਪਸ਼ਨ ਨੰਬਰ D ਇਹਦਾ ਸਹੀ ਆਂਸਰ ਹੋਊਗਾ। INC ਨਾਲ ਐਸੋਸੀਏਟ ਨਹੀਂ ਸੀਗੇ ਭਗਤ ਸਿੰਘ, ਕਿਉਂਕਿ ਉਹਨਾਂ ਨੇ 1928 ਦੇ ਵਿੱਚ 1924 ਦੇ ਵਿੱਚ ਤਾਂ ਦੇਖੋ HRA ਬਣਿਆ ਸੀਗਾ, ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ। ਬਾਅਦ ਦੇ ਵਿੱਚ 1928 ਦੇ ਵਿੱਚ ਦਿੱਲੀ ਦੇ ਫਿਰੋਜ਼ ਕੋਟਲਾ ਦੇ ਵਿੱਚ ਉਹਨਾਂ ਨੇ ਸੋਸ਼ਲਿਸਟ ਵਰਡ ਵੀ ਐਡ ਕੀਤਾ ਸੀਗਾ। ਤਾਂ ਆਪਸ਼ਨ ਨੰਬਰ C ਤੇ B ਨਾਲ ਐਸੋਸੀਏਟ ਸੀ, ਤਾਂ ਆਪਸ਼ਨ ਨੰਬਰ D ਇਹਦਾ ਸਹੀ ਆਂਸਰ ਹੋ ਜਾਊਗਾ। विच प्लेस इज़ नोन एज मक्का ऑफ इंडियन हॉकी, यानी कि इंडियन हॉकी का मक्का किसे कहा जाता है, वो है जी संसारपुर विलेज। फिर गल करता है हु वाज द रिस्पोंसिबल फॉर जलियांवाला बाग ट्रेजेडी, क्योंकि ਜਿਹੜਾ ਜਰਨਲ ਡਾਇਰ ਸੀਗਾ ਉਹਨੇ ਗੋਲੀ ਚਲਵਾਈ ਸੀਗੀ, ਲੇਕਿਨ ਜਿਹਦਾ ਪਲਾਨ ਸੀਗਾ ਉਹ ਮਾਈਕਲ ਡਾਇਰ ਸੀਗਾ, ਜਿਹਨੂੰ ਕਿ ਉਦਮ ਸਿੰਘ ਜੀ ਨੇ ਜਾ ਕੇ ਮਾਰਿਆ ਸੀਗਾ। ਤਾਂ ਆਪਸ਼ਨ ਨੰਬਰ C ਹੋਗਾ ਇਹਦਾ ਰਾਈਟ ਆਂਸਰ। ਨੈਕਸਟ ਗੱਲ ਕਰਦਾ ਖੁਸ਼ਵੰਤ ਸਿੰਘ ਦੀ ਆਟੋਬਾਇਓਗ੍ਰਾਫੀ ਦਾ ਟਾਈਟਲ ਕੀ ਸੀ। ਨੈਕਸਟ ਗੱਲ ਕਰ ਰਿਹਾ ਸੀਗਾ ਟਾਈਟਲ ਆਫ ਖੁਸ਼ਵੰਤ ਸਿੰਘ ਆਟੋਬਾਇਓਗ੍ਰਾਫੀ, ਯਾਨੀ ਕਿ ਜਿਹੜੀ ਖੁਸ਼ਵੰਤ ਸਿੰਘ ਜੀ ਦੁਆਰਾ ਲਿਖੀ ਗਈ ਉਹਨਾਂ ਦੀ ਬਾਇਓਗ੍ਰਾਫੀ ਸੀ, ਉਹਦਾ ਕੀ ਨਾਮ ਸੀਗਾ, ਉਹ ਸੀਗਾ ਜੀ ਟਰੂਥ, ਲਵ ਐਂਡ ਲਿਟਲ ਮੈਲਿਸ, ਆਪਸ਼ਨ ਨੰਬਰ D। ਨੈਕਸਟ ਗੱਲ ਕਰ ਰਿਹਾ ਹੈਗਾ ਮਸੰਦ ਸਿਸਟਮ ਕਿਹਦੇ ਦੁਆਰਾ ਸ਼ੁਰੂ ਕੀਤਾ ਗਿਆ ਸੀਗਾ, ਤੇ ਕਾਫੀ ਈਜ਼ੀ ਕੁਐਸਚਨ ਸੀ ਆਹ, ਰਾਮਦਾਸ ਜੀ ਦੁਆਰਾ, ਆਪਸ਼ਨ ਨੰਬਰ A। ਤੇ ਜਿਹੜਾ ਪਿਛਲਾ ਕੁਐਸਚਨ ਛੁੱਟ ਗਿਆ ਸੀਗਾ ਕਿਹੜਾ ਫੋਕ ਗੇਮ ਨਹੀਂ ਹੈ ਪੰਜਾਬ ਦਾ, ਤਾਂ ਆਪਸ਼ਨ ਨੰਬਰ C ਇਜ਼ ਦਾ ਰਾਈਟ ਆਂਸਰ ਹੋਊਗਾ, ਕਿ ਜੰਡ ਖਰੰਡ ਥਾਲ ਤੇ ਬਿੱਲ ਬੱਚਿਆਂ ਦੀ ਮਨ ਜਿਹੜੀ ਹੈ ਉਹ ਇਹਨਾਂ ਦੀ ਫੋਕ ਗੇਮ ਹੈ ਪੰਜਾਬ ਦੀ, ਲੇਕਿਨ ਆਪਸ਼ਨ ਨੰਬਰ C ਨਹੀਂ ਹੈ। ਆਈ ਥਿੰਕ ਇਸ ਟੋਟਲ ਵੀਡੀਓ ਦੇ ਵਿੱਚ 1 ਜਾਂ 2 ਕੁਐਸਚਨ ਦੇ ਆਂਸਰ ਜਿਹੜੇ ਸੀਗੇ ਉਹ ਰਹਿ ਗਏ ਸੀਗੇ, ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਲਿਖ ਕੇ ਦੱਸ ਸਕਦੇ ਹੋ। ਤਾਂ ਤੁਸੀਂ ਆ ਸ਼ੇਅਰ ਕਰਿਓ, ਤੇ ਥੈਂਕਸ ਫॉर ਵਾਚਿੰਗ। ਜੈ ਹਿੰਦ।